ਆਈਏ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਅੱਜ ਸਿੱਖਾਂਗੇ। ਕੁਲਸੀਆਂ ਦੀ ਪੱਤਰੀ ਉਹਦਾ 2 ਅਧਿਆਇ 14 ਤੇ 15 ਵਚਨ ਪੜਾਂਗੇ। ਕੁਲਸੀਆਂ ਦੀ ਪੱਤਰੀ ਉਹਦਾ 2 ਅਧਿਆਇ ਉਹਦਾ 14 ਤੇ 15 ਵਚਨ ਪੜਾਂਗੇ। 2 ਦਾ 14 15 ਹਾਂਜੀ। ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ, ਉਸ ਨੇ ਮੇਸ ਦਿੱਤਾ ਅਤੇ ਉਹਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ ਸੁੱਟਿਆ। ਉਸ ਨੇ ਹਕੂਮਤਾਂ ਅਤੇ ਇਖਤਿਆਰਾਂ ਨੂੰ ਆਪਣੇ ਗਲੋਂ ਲਾ ਕੇ ਅਤੇ ਉਸ ਦੇ ਦੁਆਰਾ ਉਹਨਾਂ ਨੂੰ ਫਤਿਹ ਕਰਕੇ ਖੁੱਲਮ ਖੁੱਲਾ ਤਮਾਸ਼ਾ ਬਣਾਇਆ। ਇਧਰ ਅਸੀਂ ਇਸ ਵਚਨ ਨੂੰ ਅੱਜ ਪ੍ਰਭੂ ਦੇ ਆਤਮਾ ਦੇ ਦੁਆਰਾ ਸਿੱਖਾਂਗੇ। ਲਿਖਿਆ ਉਹਨੇ ਸਾਡੇ ਪਾਪ ਬੜੇ ਭਿਆਨਕ ਸੀ, ਅਸੀਂ ਕਦੀ ਵੀ ਪ੍ਰਭੂ ਦੇ ਸਾਹਮਣੇ ਜਾਣ ਦੇ ਯੋਗ ਨਹੀਂ ਸੀ। ਇੱਕ ਵਾਰ ਇਸ ਵਚਨ ਨੂੰ ਮੈਂ ਬੇਨਤੀ ਕਰੂੰਗਾ, ਫਿਰ ਇੱਕ ਇੱਕ ਦੇ ਪੱਲੇ ਪੈ ਜਾਏ, ਥੋੜਾ ਥੋੜਾ ਕਰਕੇ ਪੜ੍ਹ ਦਈਏ। ਅਤੇ ਉਸ ਲਿਖਤ ਨੂੰ ਸਾਡੇ ਵਿਰੁੱਧ ਇੱਕ ਲਿਖਤ ਲਿਖੀ ਗਈ ਸੀ। ਉਹ ਲਿਖਤ ਕਿਹੜੀ ਸੀ? ਜਿਹੜੀ ਜਾਣ ਪਾਪ ਕਰਦੀ ਆ ਉਹ ਮਰੂਗੀ। ਲਿਖਿਆ ਗਿਆ ਸੀ ਮਰੂਗੀ, ਮਰਨ ਦੇ ਬਾਅਦ ਉਹ ਨਰਕ ਦੀ ਅੱਗ ਦੇ ਵਿੱਚ ਯੁੱਗਾਂ ਯੁੱਗ ਚਲੀ ਜਾਊਗੀ। ਉਹਨੂੰ ਕੋਈ ਵੀ ਬਚਾ ਨਹੀਂ ਸਕਦਾ। ਸਾਡੇ ਸਾਰਿਆਂ ਦੇ ਨਾਮ ਤੇ ਇੱਕ ਲਿਖਤ ਲਿਖੀ ਗਈ ਸੀ, ਤੂੰ ਪਾਪ ਕਰਦਾ ਆ ਤੇ ਪਾਪ ਦੀ ਮਜ਼ਦੂਰੀ ਮੌਤ ਆ, ਤੇ ਮੌਤ ਦਾ ਮਤਲਬ ਨਰਕ ਦੀ ਅੱਗ ਆ। ਤੂੰ ਨਰਕ ਦੀ ਅੱਗ 'ਚ ਪੱਕਾ ਜਾਏਗਾ। ਇਸ ਲਈ ਲਿਖਿਆ ਉਹ ਲਿਖਤ ਜਿਹੜੀ ਸਾਡੇ ਵਿਰੋਧ ਵਿੱਚ ਲਿਖੀ ਹੋਈ ਸੀ। ਉਸਨੇ ਮੇਸ ਦਿੱਤਾ, ਉਹਨੇ ਮੇਸ ਦਿੱਤਾ, ਮਟਾ ਦਿੱਤਾ। ਕਿਵੇਂ ਮਟਾਇਆ ਗਿਆ? ਜਦੋਂ ਮੈਂ ਆਪਣੀ ਦਿਲ ਦੀ ਖੁਸ਼ੀ ਤੋਂ ਉਸ ਪ੍ਰਭੂ ਨੂੰ ਆਪਣਾ ਪ੍ਰਭੂ ਕਰਕੇ ਮੰਨ ਲਿਆ, ਜਦੋਂ ਮੈਂ ਦਿਲੋਂ ਉਹਨੂੰ ਆਪਣਾ ਮੁਕਤੀ ਦਾਤਾ ਤੇ ਆਧਾਰ ਕਰਤਾ ਕਰਕੇ ਮੰਨ ਲਿਆ ਕਿ ਤੂੰ ਹੀ ਮੇਰਾ ਪਰਮੇਸ਼ਰ ਆ, ਤੂੰ ਹੀ ਮੇਰੇ ਪਾਪ ਮਾਫ ਕਰ ਸਕਦਾ ਆ, ਤੂੰ ਹੀ ਮੈਨੂੰ ਨਰਕ ਦੀ ਅੱਗ ਤੋਂ ਛੁਡਾ ਸਕਦਾ ਆ, ਤੂੰ ਹੀ ਮੈਨੂੰ ਸ਼ੈਤਾਨ ਦੀ ਗੁਲਾਮੀ ਤੋਂ ਆਜ਼ਾਦ ਕਰ ਸਕਦਾ ਆ। ਉਸ ਸਮੇਂ ਉਹ ਲਿਖਤ ਜਿਹੜੀ ਲਿਖੀ ਸੀ ਉਹਨੂੰ ਮਿਟਾ ਦਿੱਤਾ। ਪਰਮੇਸ਼ਰ ਨੇ ਲਿਖ ਦਿੱਤਾ। ਜਦ ਅਸੀਂ ਉਹਨੂੰ ਪ੍ਰਭੂ ਕਰਕੇ ਮੰਨ ਲਿਆ, ਉਹਨੇ ਲਿਖ ਦਿੱਤਾ ਇਹ ਮੇਰਾ ਪੁੱਤਰ ਆ। ਉਹਨੂੰ ਪ੍ਰਭੂ ਕਰਕੇ ਮੰਨ ਲਿਆ, ਉਹਨੇ ਲਿਖ ਦਿੱਤਾ ਇਹ ਮੇਰਾ ਪੁੱਤਰ ਆ, ਇਹ ਮੇਰਾ ਪੁੱਤਰ ਆ। ਸ਼ੈਤਾਨ ਦੇ ਸਾਹਮਣੇ, ਪਾਪ ਦੇ ਸਾਹਮਣੇ ਤੇ ਨਰਕ ਦੇ ਸਾਰੇ ਉਹ ਜਿਹੜੇ ਕਾਨੂੰਨ ਲਿਖਿਆ ਸੀ ਉਹਨਾਂ ਦੇ ਸਾਹਮਣੇ ਬੋਲ ਦਿੱਤਾ, ਇਹ ਹੁਣ ਕਦੀ ਵੀ ਨਰਕ 'ਚ ਜਾਊਗਾ ਨਹੀਂ। ਪਾਪ ਤੂੰ ਇਹਦੇ ਤੇ ਹੁਣ ਕਦੀ ਵੀ ਵਸ ਕਰ ਨਹੀਂ ਸਕਦਾ। ਸ਼ੈਤਾਨ ਤੂੰ ਪਾਪ ਦੇ ਕਾਰਨ ਇਹਨੂੰ ਗੁਲਾਮ ਬਣਾ ਕੇ ਰੱਖਿਆ ਸੀ, ਹੁਣ ਇਹ ਪਾਪੀ ਨਹੀਂ ਆ, ਮੈਂ ਇਹਦੇ ਪਾਪ ਮਾਫ ਕਰ ਦਿੱਤੇ ਆ। ਹੁਣ ਤੂੰ ਇਹਦੇ ਤੇ ਕਦੀ ਵੀ ਪਾਪ ਦਾ ਡਰ ਪਾ ਕੇ ਇਹਦੇ ਤੋਂ ਪੂਜਾ ਜਾਂ ਇਹਦੇ ਤੋਂ ਉਪਾਸਨਾ ਨਹੀਂ ਕਰਾ ਸਕਦਾ, ਕਿਉਂਕਿ ਸ਼ੈਤਾਨ ਪਾਪ ਦਾ ਸਾਡੇ ਉੱਤੇ ਅਸਰ ਹੁੰਦੇ ਸਮੇਂ ਤੇ ਡਰ ਪਾਉਂਦਾ ਹੀ, ਤੇ ਡਰ ਪਾ ਕੇ ਸਰ ਤੋਂ ਆਪਦੀ ਪੂਜਾ ਕਰਾਉਂਦਾ ਸੀ। ਅਸੀਂ ਡਰਦੇ ਉਹਦੀ ਕੀ ਕਰਦੇ? ਪੂਜਾ। ਤਾਂ ਜਦ ਸਾਨੂੰ ਸਮਝ ਲੱਗ ਗਈ ਮੇਰਾ ਪ੍ਰਭੂ ਆ, ਉਹਨੇ ਮੇਰੇ ਪਾਪ ਮਿਟਾ ਦਿੱਤੇ ਆ, ਫਿਰ ਸਾਡੇ ਅੰਦਰ ਵੀ ਦਲੇਰੀ ਆ ਗਈ। ਅਸੀਂ ਸ਼ੈਤਾਨ ਨੂੰ ਬੋਲਣਾ ਸ਼ੁਰੂ ਕਰ ਦਿੱਤਾ, ਸ਼ੈਤਾਨ ਹਿੰਮਤ ਆ ਤੇ ਹੁਣ ਸਾਹਮਣੇ ਆ, ਤੇਰੀ ਹਿੰਮਤ ਆ ਤੇ ਹੁਣ ਸਾਹਮਣੇ ਆ। ਮੇਰਾ ਪਰਮੇਸ਼ਰ ਦੇ ਨਾਲ ਸੰਬੰਧ ਜੁੜ ਚੁੱਕਾ ਹੈ। ਮੈਂ ਆਪਣੇ ਪਿਤਾ ਪਰਮੇਸ਼ਰ ਨੂੰ ਜਾਣ ਲਿਆ ਆ, ਜਿਨਨੇ ਮੇਰੇ ਲਈ
ਸਲੀਬ ਉੱਤੇ ਆਪਣੀ ਜਾਨ ਦਿੱਤੀ, ਉਹ ਤੀਸਰੇ ਦਿਨ ਮੁਰਦਿਆਂ ਚੋਂ ਜੀ ਉੱਠਿਆ ਔਰ ਉਹਨੇ ਮੇਰੇ ਪਾਪਾਂ ਦੇ ਲਈ ਮੇਰੀ ਪੂਰੀ ਕੀਮਤ ਦਿੱਤੀ ਆ। ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਹਾਲੇਲੂਇਆ। ਇਸ ਲਈ ਮੇਰੇ ਪਿਆਰਿਓ, ਇਧਰ ਪ੍ਰਭੂ ਦੇ ਵਚਨ ਚੋਂ ਅੱਜ ਅਸੀਂ ਸਿੱਖ ਰਹੇ ਹਾਂ, ਸਾਡੇ ਵਿਰੁੱਧ ਇੱਕ ਲੇਖ ਲਿਖਿਆ ਗਿਆ ਸੀ, ਤੂੰ ਕੁਛ ਵੀ ਕਰ ਲਾ, ਤੂੰ ਸਵਰਗ 'ਚ ਨਹੀਂ ਜਾ ਸਕਦਾ, ਤੂੰ ਪਾਪ ਤੋਂ ਕਦੀ ਛੁੱਟ ਨਹੀਂ ਸਕਦਾ। ਭਾਵੇਂ ਤੂੰ ਇਸ਼ਨਾਨ ਕਰ ਲਾ, ਭਾਵੇਂ ਤੂੰ ਪਹਾੜ ਚੜ ਜਾ, ਭਾਵੇਂ ਤੂੰ ਜਿੰਨੀ ਮਰਜ਼ੀ ਭਗਤੀ ਕਰ ਲਾ, ਭਾਵੇਂ ਤੂੰ ਜਿੰਨਾ ਮਰਜ਼ੀ ਇਸ ਸਰੀਰ ਨੂੰ ਖਾਣ ਪੀਣ ਤੋਂ ਰਹਿਤ ਕਰ ਲਾ, ਇਹਨੂੰ ਆਪਣੇ ਆਪ 'ਚ ਪਵਿੱਤਰ ਕਰ ਲਾ, ਤਦ ਵੀ ਤੂੰ 10% ਪਾਪ ਨਹੀਂ ਕਰਦਾ, ਤਦ ਵੀ 90% ਤੂੰ ਪਾਪੀ ਆ ਤੇ ਤੂੰ ਪਾਪ ਦੇ ਕਾਰਨ ਨਰਕ ਦੀ ਅੱਗ ਦੇ ਵਿੱਚ ਜਾਏਗਾ। ਤੂੰ ਨਰਕ ਦੀ ਅੱਗ ਤੋਂ ਕਦੇ ਛੁੱਟ ਨਹੀਂ ਸਕਦਾ। ਅਸੀਂ ਆਪਣੀ ਸੋਚ ਵਿੱਚ ਭਗਤੀ ਕਰ ਰਹੇ ਸੀ, ਅਸੀਂ ਆਪਣੀ ਸੋਚ ਦੇ ਵਿੱਚ ਬੜਾ ਚੰਗਾ ਕੰਮ ਕਰ ਰਹੇ ਸੀ, ਲੇਕਿਨ ਉਹਨਾਂ ਚਿਰ ਭਗਤੀ ਜਿਹੜੀ ਉਹ ਵੀ ਪਾਪ ਗਿਣੀ ਗਈ। ਭਗਤੀ ਜਿਹੜੀ ਉਹ ਵੀ ਪਾਪ ਗਿਣੀ ਗਈ। ਕਿਵੇਂ ਪਾਪ ਗਿਣੀ ਗਈ? ਸੱਚੇ ਪਰਮੇਸ਼ਰ ਤੋਂ ਬਿਨਾ ਅਸੀਂ ਮਨੁੱਖਾਂ ਦੀ, ਰੁੱਖਾਂ ਦੀ, ਜਾਨਵਰਾਂ ਦੀ, ਪੱਥਰਾਂ ਦੀ, ਲੱਕੜਾਂ ਦੀ, ਹਰ ਤਰ੍ਹਾਂ ਦੇ ਨਾਲ, ਕਾਗਜ਼ਾਂ ਦੀ, ਬਹੁਤ ਤਰ੍ਹਾਂ ਦੇ ਨਾਲ ਪੂਜਾ ਕੀਤੀ, ਜਿਹਦੇ ਕਾਰਨ ਪਾਪ ਕਰਦੇ ਰਹੇ। ਇਸ ਲਈ ਮੇਰੇ ਪਿਆਰਿਓ, ਜਦ ਪਰਮੇਸ਼ਰ ਦੇ ਨਾਲ ਸੰਬੰਧ ਜੁੜ ਗਿਆ, ਜਦ ਇਹ ਪਤਾ ਲੱਗ ਗਿਆ ਕਿ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਹੈ, ਉਹਦੇ ਤੋਂ ਬਿਨਾ ਹੋਰ ਕੋਈ ਨਹੀਂ ਆ, ਸਾਡੀ ਭਗਤੀ ਅਸਲੀ ਸ਼ੁਰੂ ਹੋ ਗਈ। ਜਦੋਂ ਅਸਲੀ ਭਗਤੀ ਸ਼ੁਰੂ ਹੋ ਗਈ, ਫਿਰ ਸਾਡੇ ਅੰਦਰ ਇੱਕ ਆਨੰਦ ਆਉਣਾ ਕੀ ਹੋ ਗਿਆ? ਸ਼ੁਰੂ ਹੋ ਗਿਆ। ਫਿਰ ਸਾਨੂੰ ਸਮਝ ਲੱਗੀ ਮੈਂ ਜੋ ਕਰ ਰਿਹਾ ਹੁਣ ਠੀਕ ਕਰ ਰਿਹਾ। ਪਹਿਲਾਂ ਮੈਂ 365 ਦਿਨਾਂ ਦੇ ਵਿੱਚ ਚਾਹੇ ਮੈਂ ਤੀਰਸਥਾਨਾਂ ਤੇ ਗਿਆ, ਚਾਹੇ ਮੈਂ ਕਿਤੇ ਵੀ ਜਾ ਕੇ ਮੱਥਾ ਰਗੜਿਆ, ਚਾਹੇ ਮੈਂ ਆਪਣੇ ਸਰੀਰ ਨੂੰ ਅੱਗ ਦੇ ਵਿੱਚ ਪਾ ਕੇ ਦੁੱਖ ਦਿੱਤਾ, ਚਾਹੇ ਮੈਂ ਉਹਨੂੰ ਠੰਡੇ ਪਾਣੀ 'ਚ ਪਾ ਕੇ ਸਜ਼ਾ ਦਿੱਤੀ ਕਿ ਇਹ ਸ਼ੁੱਧ ਹੋ ਜਾਏ, ਇਹ ਭਗਤੀ ਮੇਰੀ ਪ੍ਰਵਾਨ ਹੋ ਜਾਏ, ਨੰਗੇ ਪੈਰੀ ਜਾਂਦਾ ਰਿਹਾ, ਆਉਂਦਾ ਰਿਹਾ, ਜਗ੍ਹਾ ਜਗ੍ਹਾ ਪਾਣੀ ਪੀਂਦਾ ਰਿਹਾ, ਜਗ੍ਹਾ ਜਗ੍ਹਾ ਜਾ ਕੇ ਕਈ ਧੂਣਿਆਂ ਤੋਂ ਸਵਾਹ ਖਾਂਦਾ ਰਿਹਾ, ਉਹਦਾ ਕੋਈ ਮਤਲਬ ਨਹੀਂ ਰਿਹਾ, ਉਹ ਸਗੋਂ ਪਾਪ ਗਿਣਿਆ ਗਿਆ। ਇਸ ਲਈ ਮੈਂ ਪਾਪ ਹੀ ਕਰਦਾ ਰਿਹਾ ਜਿੰਨਾ ਚਿਰ ਸੱਚੇ ਪਰਮੇਸ਼ਰ ਨੂੰ ਨਹੀਂ ਜਾਣਿਆ। ਜਦ ਸੱਚੇ ਪਰਮੇਸ਼ਰ ਨੂੰ ਜਾਣ ਲਿਆ, ਪਰਮੇਸ਼ਰ ਨੇ ਪਹਿਲਾਂ ਮੇਰੇ ਪਾਪ ਮਾਫ ਕੀਤੇ, ਪਹਿਲਾਂ ਮੇਰੇ ਪਾਪ ਮਾਫ ਕਰਕੇ ਮੈਨੂੰ ਨਰਕ ਦੀ ਅੱਗ ਤੋਂ ਛੁਡਾ ਕੇ, ਸ਼ੈਤਾਨ ਦੀ ਗੁਲਾਮੀ ਤੋਂ ਛੁਡਾ ਕੇ ਆਜ਼ਾਦ ਕਰ ਦਿੱਤਾ। ਹੁਣ ਮੈਨੂੰ ਉਹਨੇ ਆਜ਼ਾਦ ਕੀਤਾ ਆ। ਹੁਣ ਮੈਂ ਉਹਦੀ ਬੰਦਗੀ ਕਰਾਂ ਚਾਹੇ ਨਾ ਕਰਾਂ, ਚਾਹੇ ਮੈਂ ਚਰਚ ਜਾਵਾਂ ਜਾਂ ਨਾ ਜਾਵਾਂ, ਉਹ ਮੇਰੇ ਤੇ ਆ। ਕਿਉਂ? ਕਿਉਂਕਿ ਜੇ ਨਹੀਂ ਕਰੂੰਗਾ ਤਾਂ ਪਰਮੇਸ਼ਰ ਨੂੰ ਕੋਈ ਘਾਟਾ ਨਹੀਂ ਆ, ਘਾਟਾ ਤਾਂ ਮੈਨੂੰ ਹੀ ਆ। ਇਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖ ਰਹੇ ਹਾਂ, ਅੱਗੇ ਹੋਰ ਪੜ੍ਹ ਲਾਂਗੇ। ਹਾਂਜੀ। ਅਤੇ ਉਹਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ ਸੁੱਟਿਆ। ਉਹਨੂੰ ਸਾਡੀ ਖਾਤਰ ਸਲੀਬ ਦੇ ਉੱਤੇ ਚੜਾ ਦਿੱਤਾ। ਇਸ ਲਈ ਇਹਦੇ ਚ ਅਸੀਂ ਸਿੱਖਿਆ, ਸਾਡੇ ਖਿਲਾਫ ਇੱਕ ਲਿਖਤ ਲਿਖੀ ਗਈ ਸੀ, ਜਿਸ ਲਿਖਤ ਦੇ ਅਨੁਸਾਰ ਮੈਂ, ਮੇਰੀ ਪਤਨੀ ਨੇ, ਮੇਰੀ ਬੇਟੀ ਨੇ, ਮੇਰੇ ਬੇਟੇ ਨੇ, ਮੈਂ ਪੂਰੇ ਪਰਿਵਾਰ ਸਮੇਤ ਨਰਕ ਦੀ ਅੱਗ ਦਾ ਭਾਗੀ ਹੀ ਔਰ ਮੈਂ ਨਰਕ ਦੇ ਵਿੱਚ ਜਾਣਾ ਹੀ। ਅਗਰ ਮੇਰੇ ਦਾਦਿਆਂ ਪੜਦਾਦਿਆਂ ਨੂੰ ਨਹੀਂ ਸਮਝ ਲੱਗੀ, ਉਹਨਾਂ ਨੇ ਨਹੀਂ ਪਰਮੇਸ਼ਰ ਨੂੰ ਜਾਣਿਆ, ਤੇ ਉਹ ਧੋਖਾ ਹੋ ਗਿਆ। ਲੇਕਿਨ ਮੈਨੂੰ ਸਮਝ ਲੱਗ ਗਈ ਆ, ਪਰਮੇਸ਼ਰ ਨੇ ਮੇਰੇ ਉੱਤੇ ਪ੍ਰਗਟ ਕਰਕੇ ਦੇ ਦਿੱਤਾ ਆ। ਮੈਂ ਸ਼ੁਕਰ ਕਰਨਾ ਹੈ, ਮੈਂ ਧੰਨਵਾਦ ਕਰਨਾ ਹੈ। ਇਹ ਮੇਰੀ ਸਿਆਣਪ ਨਾਲ ਨਹੀਂ ਹੋਇਆ, ਇਹ ਮੇਰੀ ਪੜ੍ਹਾਈ ਲਿਖਾਈ ਨਾਲ ਨਹੀਂ ਹੋਇਆ, ਇਹ ਮੈਂ ਜ਼ਿਆਦਾ ਭਗਤ ਸੀ ਇਸ ਕਰਕੇ ਨਹੀਂ ਹੋਇਆ। ਪਰਮੇਸ਼ਰ ਦਾ ਪ੍ਰਕਾਸ਼ ਮੇਰੇ ਉੱਤੇ ਚਮਕਿਆ ਔਰ ਪਰਮੇਸ਼ਰ ਦੀ ਕਿਰਪਾ ਮੇਰੇ ਉੱਤੇ ਹੋਈ। ਇਸ ਲਈ ਪਰਮੇਸ਼ਰ ਨੇ ਆਪਣੇ ਆਪ ਨੂੰ ਮੇਰੇ ਉੱਤੇ ਪ੍ਰਗਟ ਕਰਕੇ ਦੇ ਦਿੱਤਾ
ਤਾਂ ਮੈਨੂੰ ਸਮਝ ਲੱਗੀ ਕਿ ਯਿਸੂ ਮਸੀਹ ਹੀ ਮੇਰਾ ਪਰਮੇਸ਼ਰ ਆ। ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੇ ਉੱਤੇ ਪਰਮੇਸ਼ਰ ਨੇ ਪ੍ਰਗਟ ਕਰਕੇ ਨਹੀਂ ਦਿੱਤਾ। ਉਹ ਬੜੇ ਗਿਆਨੀ ਆ, ਉਹ ਬੜੀ ਖੋਜ ਕਰ ਰਹੇ ਆ, ਉਹ ਬੜੇ ਬਹੁਤ ਵੱਡੇ ਵੱਡੇ ਮਹਾਗਿਆਨੀ ਆ, ਲੇਕਿਨ ਉਹਨਾਂ ਨੂੰ ਸਮਝ ਨਹੀਂ ਲੱਗੀ ਕਿ ਉਹ ਮਹਾਗਿਆਨੀ ਵੀ ਇੱਕ ਦਿਨ ਤੜਫਦਾ ਤੜਫਦਾ ਨਰਕ ਦੀ ਅੱਗ ਦੇ ਵਿੱਚ ਚਲੇ ਜਾਏਗਾ। ਖੋਜ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ। ਖੋਜ ਕਰਕੇ ਅਸੀਂ ਪਰਮੇਸ਼ਰ ਨੂੰ ਲੱਭ ਨਹੀਂ ਸਕਦੇ। ਪਰਮੇਸ਼ਰ ਸਾਡੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰਕੇ ਦਿੰਦਾ ਆ, ਤਾਂ ਸਾਨੂੰ ਸਮਝ ਲੱਗਦੀ ਆ, ਤਾਂ ਹੀ ਅਸੀਂ ਉਹ ਸੱਚੇ ਪਰਮੇਸ਼ਰ ਦੇ ਸਾਹਮਣੇ ਜਾਂਦੇ ਆ, ਤੇ ਤਾਂ ਹੀ ਉਹ ਸੱਚਾ ਪਰਮੇਸ਼ਰ ਪਿਆਰ ਕਰਨ ਦੇ ਕਾਰਨ ਸਾਨੂੰ ਮਾਫ ਕਰ ਦਿੰਦਾ ਆ। ਆਈਏ ਅੱਗੇ ਅਸੀਂ ਯਹੋਨਾ ਦੀ ਇੰਜੀਲ ਉਹਦਾ 10 ਅਧਿਆਇ ਉਹਦਾ 17 ਵਚਨ ਪੜਾਂਗੇ। ਪਿਤਾ ਮੈਨੂੰ ਇਸ ਲਈ ਪਿਆਰ ਕਰਦਾ ਹੈ ਹਾਂ ਕਿ ਮੈਂ ਆਪਣੀ ਜਾਨ ਦਿੰਦਾ ਹਾਂ ਤਾਂ ਜੋ ਉਹਨੂੰ ਫੇਰ ਲਵਾਂ। ਇਧਰ ਧਿਆਨ ਨਾਲ ਇੱਕ ਗੱਲ ਸਮਝਣੀ ਆ, ਪਰਮੇਸ਼ਰ ਨੂੰ ਕਦੀ ਵੀ ਕੋਈ ਮਾਰ ਨਹੀਂ ਸਕਦਾ। ਪਰਮੇਸ਼ਰ ਜਿੰਦਾ ਆ। ਇਸ ਲਈ ਪਹਿਲਾਂ ਹੀ ਪ੍ਰਭੂ ਯਿਸੂ ਨੇ ਇਹ ਗੱਲ ਕਲੀਅਰ ਕਰ ਦਿੱਤੀ, ਕਹਿੰਦਾ ਮੈਂ ਆਪਣੀ ਜਾਨ ਜਿਨ੍ਹਾਂ ਨੂੰ ਪਿਆਰ ਕਰਦਾ ਉਹਨਾਂ ਲਈ ਦੇਣਾ ਆ, ਤੇ ਉਹ ਫੇਰ ਦੁਬਾਰਾ ਲੈ ਲੈਣਾ ਆ। ਜਾਨੀ ਕਿ ਮੇਰੇ ਉੱਤੇ ਪਾਪ ਦਾ, ਮੌਤ ਦਾ ਔਰ ਸ਼ੈਤਾਨ ਦਾ ਕੋਈ ਹੱਕ ਨਹੀਂ ਆ। ਜੇ ਉਹਦੇ ਉੱਤੇ ਕੋਈ ਹੱਕ ਨਹੀਂ ਆ ਤੇ ਅਸੀਂ ਉਸ ਪ੍ਰਭੂ ਦੇ ਪੁੱਤਰ ਠਹਿਰ ਗਏ ਆ। ਸਾਡੇ ਉੱਤੇ ਵੀ ਕੋਈ ਹੱਕ ਨਾ ਪਾਪ ਦਾ, ਨਾ ਸ਼ੈਤਾਨ ਦਾ, ਨਾ ਮੌਤ ਦਾ। ਅੱਜ ਅਸੀਂ ਖੁਸ਼ੀ ਦੇ ਨਾਲ ਚੱਲਣਾ ਹੈ। ਛੋਟੀ ਮੋਟੀ ਬਿਮਾਰੀ ਆ ਜਾਵੇ ਤੇ ਡਰਨ ਦਾ ਕੋਈ ਪ੍ਰੋਗਰਾਮ ਨਹੀਂ। ਮੈਂ ਸਵਰਗਵਾਸੀ ਹਾਂ। ਲੋਕ ਮਰ ਕੇ ਸਵਰਗਵਾਸੀ ਹੁੰਦੇ ਆ। ਕਲੀਸਿਆ ਚ ਆਇਆ ਬੱਚਾ ਬੱਚਾ ਸਵਰਗਵਾਸੀ ਆ। ਇਹ ਪਰਮੇਸ਼ਰ ਦਾ ਵਚਨ ਜਿਹੜਾ ਇਹ ਸਿਖਾਉਂਦਾ ਆ। ਇਸ ਲਈ ਅਸੀਂ ਜਿਉਂਦੀ ਜਾਨ ਸਵਰਗਵਾਸੀ ਆ। ਲੋਕਾਂ ਨੇ ਮਰ ਕੇ ਫੋਟੋ ਤੇ ਲਿਖ ਕੇ ਸਵਰਗਵਾਸੀ ਬਣਨਾ ਆ, ਲੇਕਿਨ ਅਸੀਂ ਜਿਉਂਦੀ ਜਾਨ ਸਵਰਗਵਾਸੀ ਆ। ਅੱਜ ਪ੍ਰਭੂ ਬੱਦਲਾਂ ਤੇ ਤੁਰੀ ਫੂਕ ਦੇਵੇ ਜਾਂ ਸਾਡੀ ਮੌਤ ਹੋ ਜਾਵੇ, ਸਾਨੂੰ 1% ਵੀ ਚਿੰਤਾ ਨਹੀਂ ਆ। ਕਿਉਂ? ਕਿਉਂਕਿ ਮੈਂ ਸਵਰਗਵਾਸੀ ਆ। ਇੱਕ ਝਟਕਾ ਲੱਗੂਗਾ, ਇਹ ਸਰੀਰ ਚੋਂ ਬਾਹਰ ਨਿਕਲੂੰਗਾ ਤੇ ਪ੍ਰਭੂ ਦੇ ਕੋਲ ਮਹਿਮਾ ਵਾਲੇ ਸਰੀਰ ਚ ਹੋ ਕੇ ਪਹੁੰਚ ਜਾਊਂਗਾ। ਇਸ ਲਈ ਕਲੀਸਿਆ ਜਾਂ ਪ੍ਰਭੂ ਦੇ ਲੋਕ ਜਿਹੜੇ ਆ, ਉਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਆ। ਕਿਉਂ? ਕਿਉਂਕਿ ਉਹਨਾਂ ਨੇ ਅੰਬਰ ਹੋਣਾ ਨਹੀਂ ਆ, ਉਹ ਅੰਬਰ ਹੋ ਕੇ ਬੈਠੇ ਆ। ਉਹ ਪਵਿੱਤਰ ਤੇ ਅੰਬਰ ਹੋ ਕੇ ਆਰਾਧਨਾ ਕਰ ਰਹੇ ਆ। ਉਹ ਤਿਆਰ ਹੋ ਕੇ ਪ੍ਰਭੂ ਦੇ ਨਾਲ ਜਾਣ ਲਈ ਤਿਆਰ ਹੋ ਕੇ ਬੈਠੇ ਆ। ਇਸ ਲਈ ਜੋ ਤਿਆਰ ਆ ਉਹਨੂੰ ਕਿਸੇ ਵੀ ਚੀਜ਼ ਦਾ ਕੋਈ ਡਰ, ਉਹਨੂੰ ਬਿਮਾਰੀ ਦਾ ਡਰ ਨਹੀਂ ਆ, ਉਹਨੂੰ ਭੁਚਾਲ ਦਾ ਡਰ ਨਹੀਂ ਆ, ਉਹਨੂੰ ਐਕਸੀਡੈਂਟ ਦਾ ਡਰ ਨਹੀਂ ਆ, ਉਹਨੂੰ ਕਿਸੇ ਵੀ ਤਰ੍ਹਾਂ ਕਿਸੇ ਚੀਜ਼ ਦਾ ਵੀ ਡਰ ਨਹੀਂ ਆ। ਕਿਉਂ? ਉਹ ਜਿਉਂਦੀ ਜਾਨ ਸਵਰਗਵਾਸੀ ਬਣ ਕੇ ਬੈਠਾ ਆ। ਅਸੀਂ ਪ੍ਰਭੂ ਕੋਲ ਆਏ ਆ ਤੇ ਸਾਨੂੰ ਮਿਲਿਆ ਕੀ ਆ? ਅਸੀਂ ਹਰ ਹਫਤੇ ਆਉਣੇ ਆ ਤੇ ਸਾਨੂੰ ਮਿਲਦਾ ਕੀ ਆ? ਅਸੀਂ ਟਾਈਮ ਖਰਚਾ, ਸਾਡਾ ਕੰਮਕਾਰ ਛੱਡ ਕੇ ਆਉਣੇ ਆ ਤੇ ਸਾਨੂੰ ਮਿਲਦਾ ਕੀ ਆ? ਮੇਰੇ ਪਿਆਰਿਓ, ਜੋ ਕੁਛ ਸਾਨੂੰ ਮਿਲ ਚੁੱਕਾ ਆ, ਇਹ ਕਿਸੇ ਨੂੰ ਵੀ ਕਿਤੇ ਵੀ ਜਾ ਕੇ ਨਹੀਂ ਮਿਲਿਆ। ਜੋ ਕੁਛ ਸਾਨੂੰ ਪ੍ਰਾਪਤ ਹੋ ਚੁੱਕਾ ਆ, ਸਾਰੀ ਉਮਰ ਜਿਹੜੇ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ ਠੋਕਰਾਂ ਖਾਂਦੇ ਰਹੇ, ਉਹਨਾਂ ਨੂੰ 1% ਵੀ ਨਹੀਂ ਮਿਲਿਆ। ਸਾਨੂੰ ਪਹਾੜ ਚੜ੍ਹਨ ਦੀ ਲੋੜ ਨਹੀਂ ਪਈ, ਠੰਡੇ ਪਾਣੀ ਦੇ ਵਿੱਚ ਕੋਈ ਨਹਾਉਣ ਦੀ ਜ਼ਰੂਰਤ ਨਹੀਂ ਪਈ, ਜੰਗਲਾਂ ਦੇ ਵਿੱਚ ਜਾ ਕੇ ਬੈਠਣ ਦੀ ਜ਼ਰੂਰਤ ਨਹੀਂ ਪਈ। ਸਾਡੇ ਘਰ, ਸਾਡੇ ਪਰਿਵਾਰ 'ਚ ਰਹਿੰਦਿਆਂ ਸਾਨੂੰ ਉਹ ਮਿਲ ਗਿਆ
ਜਿਹੜਾ ਦੁਨੀਆ ਜੰਗਲਾਂ 'ਚ ਲੱਭਦੀ ਉਹਨਾਂ ਨੂੰ ਨਹੀਂ ਮਿਲਿਆ, ਜਿਹੜੇ ਪਹਾੜਾਂ ਤੇ ਲੱਭਦੇ ਉਹਨਾਂ ਨੂੰ ਨਹੀਂ ਮਿਲਿਆ, ਜਿਹੜੇ ਤਪ ਕਰ ਰਹੇ ਉਹਨਾਂ ਨੂੰ ਨਹੀਂ ਮਿਲਿਆ। ਇਸ ਲਈ ਮੇਰੇ ਪਿਆਰਿਓ, ਅਸੀਂ ਜਿੱਥੇ ਆਏ ਆ ਇੱਥੇ ਸਾਨੂੰ ਬਹੁਤ ਕੁਝ ਮਿਲਿਆ ਆ। ਹੁਣ ਅਸੀਂ ਹਰ ਦਿਨ ਸਿੱਖ ਕਿਉਂ ਰਹੇ ਆ? ਸਵਰਗ ਦੇ ਵਾਸੀ ਤੇ ਬਣ ਹੀ ਗਏ ਆ, ਹੁਣ ਅਸੀਂ ਪ੍ਰਭੂ ਦੇ ਵਰਗੇ ਬਣਨਾ ਆ। ਜਿਸ ਤਰ੍ਹਾਂ ਦਾ ਸਾਡਾ ਪ੍ਰਭੂ ਸੀ ਅਸੀਂ ਉਸ ਤਰ੍ਹਾਂ ਦੇ ਬਣਨਾ ਆ। ਇਸ ਲਈ ਉਸ ਤਰ੍ਹਾਂ ਦੇ ਬਣਨਾ ਤੇ ਸਾਨੂੰ ਉਹਦਾ ਵਚਨ ਬਹੁਤ ਸਿੱਖਣਾ ਪੈਣਾ। ਅਸੀਂ ਵਚਨਾਂ ਦੇ ਬਿਨਾਂ ਉਹਦੇ ਵਰਗੇ ਬਣ, ਇਸ ਲਈ ਅਸੀਂ ਵਚਨਾਂ ਲਈ ਟਾਈਮ ਕੱਢਦੇ ਹਾਂ। ਇਸ ਲਈ ਅਸੀਂ ਹਰ ਸੰਡੇ ਵਚਨ ਸਿੱਖਦੇ ਹਾਂ। ਇਸ ਲਈ ਜਦੋਂ ਟਾਈਮ ਲੱਗੇ ਉਦੋਂ ਵਚਨ ਸਿੱਖਦੇ ਹਾਂ। ਆਪਣੀ ਤਿਆਰੀ ਪੂਰੀ ਕਰ ਰਹੇ ਹਾਂ। ਆइए पढ़ांगे फिलिपियां की किताब, उसका 2 अध्याय, उसका 12 वचन पढ़ लांगे। फिलिपियां की किताब 2 अध्याय 12 वचन। इसलिए हे मेरे प्यारिओ, जिवें तुसीं सदा आग्याकारी कीती आ, निरे मेरे कोल हुंदिया नहीं, ਹੁਣ ਬਹੁਤ ਵਧੇਕ ਮੇਰੇ ਪਰੋਖੇ ਹੁੰਦਿਆਂ ਹਾਂ ਤੁਸੀਂ ਡਰਦੇ ਤੇ ਕੰਬਦੇ ਹੋਏ ਹਾਂ ਆਪਣੀ ਮੁਕਤੀ ਦਾ ਕੰਮ ਨਿਭਾਓ। ਆਪਣੀ ਤਿਆਰੀ ਪੂਰੀ ਕਰ ਲਓ। ਇਹ ਆ ਸਾਡੀ ਤਿਆਰੀ। ਹਰ ਦਿਨ ਵਚਨ ਸਿੱਖ ਕੇ ਸਵਰਗ 'ਚ ਤੇ ਮੈਂ ਚਲੇ ਹੀ ਜਾਣਾ ਆ। ਸਵਰਗ ਦਾ ਵਾਸੀ ਤੇ ਮੈਂ ਬਣ ਚੁੱਕਾ ਆ, ਲੇਕਿਨ ਮੈਂ ਪ੍ਰਭੂ ਵਰਗੇ ਵੀ ਬਣਨਾ ਆ। ਇਸ ਲਈ प्रभु वर्गे बनना साडे लिए बहुत की आ जरूरी आ। आइए कुलसियां की किताब, उसका 3 अध्याय 10 वचन भी पढ़ लें। ਅਤੇ ਨਵੀਂ ਨੂੰ ਪਹਿਨ ਲਿਆ, ਹਾਂ, ਜੋ ਪੂਰਨ ਗਿਆਨ ਲਈ ਹਾਂ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ। ਇੱਕ ਨਵੀਂ ਇਨਸਾਨੀਅਤ ਨੂੰ ਅਸੀਂ ਕੀ ਕਰ ਲਿਆ? ਪਹਿਨ ਲਿਆ। ਉਹ ਕਿਸੇ ਨੂੰ ਨਹੀਂ ਦੀਦੀ। ਵਿਸ਼ਵਾਸੀ ਨੂੰ ਵਿਸ਼ਵਾਸੀ ਮਿਲਦਾ ਆ, ਉਹਨੂੰ ਸਮਝ ਲੱਗ ਜਾਂਦੀ ਆ ਇਹ ਵਿਸ਼ਵਾਸੀ ਹੈ, ਲੇਕਿਨ ਦੂਸਰਿਆਂ ਦੇ ਭਾਦੇ ਅਸੀਂ ਕੁਛ ਵੀ ਆਮ ਇਨਸਾਨ ਹੀ ਆ। ਜਿਸ ਤਰ੍ਹਾਂ ਦੁਨੀਆ ਰਹਿ ਰਹੀ ਉਸ ਤਰ੍ਹਾਂ ਹੀ ਅਸੀਂ ਵੀ ਰਹਿ ਰਹੇ ਆ। ਜਿਸ ਤਰ੍ਹਾਂ ਦੁਨੀਆ ਖਾਂਦੀ ਪੀਂਦੀ ਅਸੀਂ ਵੀ ਖਾਂਦੇ ਪੀਂਦੇ ਆ। ਬਸ ਸਾਡੇ ਅੰਦਰ ਬਦਲਾਅ ਆ ਗਿਆ। ਸਾਡਾ ਮਨ ਪ੍ਰਭੂ ਨੇ ਬਦਲ ਦਿੱਤਾ, ਸਾਡਾ ਹਿਰਦਾ ਪਰਿਵਰਤਨ ਹੋ ਗਿਆ। ਇਸ ਲਈ ਪ੍ਰਭੂ ਦਾ ਵਚਨ ਸਾਡੇ ਅੰਦਰ ਆਇਆ। ਦੇਖਿਆ ਅਸੀਂ ਨਵੀਂ ਇਨਸਾਨੀਅਤ ਨੂੰ ਪਹਿਨ ਲਿਆ। ਨਵੀਂ ਇਨਸਾਨੀਅਤ ਨੂੰ ਪਹਿਨ ਕੇ ਅਸੀਂ ਦਿਨੋਂ ਦਿਨ ਨਵੇਂ ਹੁੰਦੇ ਜਾਂਦੇ ਆ। ਦਿਨੋਂ ਦਿਨ ਪੁਰਾਣੇ ਨਹੀਂ ਹੁੰਦੇ, ਦਿਨੋਂ ਦਿਨ ਨਵੇਂ ਹੁੰਦੇ ਜਾਂਦੇ ਆ। ਇਧਰ ਬੜੀ ਸੋਚ ਵਿਚਾਰ ਕਰਨ ਵਾਲੀ ਚੀਜ਼ ਆ। ਇਧਰ ਬੜੀ ਜਾਂਚਣ ਵਾਲੀ ਇੱਕ ਗੱਲ ਆ। ਜਿਹੜੀ ਵੀ ਚੀਜ਼ ਕੰਪਨੀ ਦੇ ਵਿੱਚੋਂ ਆ ਜਾਂਦੀ ਆ ਉਹ ਦਿਨੋਂ ਦਿਨ ਪੁਰਾਣੀ ਹੁੰਦੀ ਜਾਂਦੀ ਆ, ਉਹ ਦਿਨੋਂ ਦਿਨ ਖਤਮ ਹੁੰਦੀ ਜਾਂਦੀ ਆ, ਉਹਦਾ ਮਾਡਲ ਬਦਲਦਾ ਜਾਂਦਾ ਆ। ਲੇਕਿਨ ਇੱਕ ਵਿਸ਼ਵਾਸੀ ਆ ਜਿਹੜਾ ਦਿਨੋਂ ਦਿਨ ਨਵਾਂ ਹੁੰਦਾ। ਇਸ ਲਈ ਅਸੀਂ ਪੁਰਾਣੇ ਨਹੀਂ ਹੋਏ। ਹਰ ਦਿਨ ਕੀ ਹੁੰਦੇ ਜਾਣੇ ਆ? ਹਰ ਦਿਨ ਨਵੇਂ, ਹਰ ਦਿਨ। ਇਸ ਲਈ ਸਾਡੇ ਵਿਰੁੱਧ ਇੱਕ ਲੇਖ ਲਿਖਿਆ ਗਿਆ ਸੀ, ਉਹ ਪ੍ਰਭੂ ਨੇ ਮਿਟਾ ਦਿੱਤਾ ਪਿਆਰ ਕਰਨ ਦੇ ਕਾਰਨ। ਸਾਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ ਸੀ, ਸਾਨੂੰ ਆਪਣੇ ਨਾਲ ਸਵਰਗ ਦੇ ਵਿੱਚ ਬਿਠਾਉਣਾ ਚਾਹੁੰਦਾ ਸੀ, ਔਰ ਉਹ ਸਾਨੂੰ ਪਿਆਰ ਕਰਨ ਦੇ ਕਾਰਨ ਉਹਨੇ ਸਾਡੇ ਲਈ ਆਪਣੀ ਜਾਨ ਵੀ ਦੇ ਦਿੱਤੀ। ਤੇ ਅਸੀਂ ਉਹਦੇ ਲਈ ਕੀ ਦਿੱਤਾ? ਐਂ ਕਹਿੰਦੇ ਨਾ ਮੇਰਾ ਪ੍ਰਭੂ। ਅਸੀਂ ਮੇਰੇ ਪ੍ਰਭੂ ਲਈ ਦਿੱਤਾ ਕੀ ਆ? ਅਸੀਂ ਤੇ ਕੁਛ ਵੀ ਨਹੀਂ ਦਿੱਤਾ। ਅਸੀਂ ਜੇ ਮੈਂ ਕੁਛ ਆਪਣੀ ਨੇਕ ਕਮਾਈ ਚੋਂ ਦਾਨ ਦਿੱਤਾ ਸੇਵਕਾਈ ਲਈ, ਉਹ ਵੀ ਉਹਨੇ ਦਿੱਤਾ ਹੀ ਤੇ ਦੇ ਦਿੱਤਾ। ਜੇ ਮੈਂ ਬੈਠ ਕੇ ਥੋੜੀ ਦੇਰ ਪਰਮੇਸ਼ਵਰ ਦਾ ਨਾਂ ਲਿਆ ਤੇ ਉਹਨੇ ਸਾਹ ਦਿੱਤੇ ਤਾਂ ਹੀ ਤੇ ਲਿਆ।
ਚੱਲ ਕੇ ਗਿਆ, ਉਹਨੇ ਤਾਕਤ ਦਿੱਤੀ ਤਾਂ ਤੇ ਗਿਆ ਆ। ਮੈਂ ਤੇ ਉਹਨੂੰ ਕੁਛ ਵੀ ਦਿੱਤਾ ਨਹੀਂ ਆ, ਲੇਕਿਨ ਉਹਨੇ ਮੇਰੇ ਲਈ ਆਪਣੀ ਜਾਨ ਆਂਦਾ। ਮੈਂ ਆਪਣੇ ਮਿੱਤਰਾਂ ਲਈ ਆਪਣੀ ਕੀ ਦੀ ਦਿੱਤੀ ਆ? ਹਾਲੇਲੂਇਆ। ਆਈ ਪਹਿਲਾ ਦੂਸਰਾ ਕਰੰਥੀਆ 4 ਦੇ 16 ਵਚਨ ਪੜ੍ਹ ਲੈ। 4 ਦਾ 16। ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ। ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ। ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ, ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ, ਪਰ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। ਮਾੜਾ ਜਿਹਾ ਦੁੱਖ ਆ ਜਾਵੇ, ਵਿਸ਼ਵਾਸੀ ਭੈਣ ਭਾਈ ਰੋਣਾ ਸ਼ੁਰੂ ਕਰ ਦਿੰਦੇ ਆ, ਫੋਨ ਤੇ ਫੋਨ ਲਾਉਂਦੇ ਆ, ਪਾਸਟਰ ਜੀ ਦੁਆ ਕਰਿਓ ਜੇ, ਮੈਂ ਗਿਆ, ਮੈਂ ਲੁੱਟਿਆ ਗਿਆ, ਮੈਂ ਮਰ ਜਾਣਾ ਜੋ, ਹੁਣ ਮੇਰਾ ਕੀ ਬਣੂਗਾ? ਤੇਰਾ ਬਣਨਾ ਕੁਛ ਨਹੀਂ ਆ, ਤੇਰਾ ਜੋ ਕੁਛ ਬਣਨਾ ਹੀ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਨੇ ਬਣਾ ਦਿੱਤਾ ਆ, ਤੈਨੂੰ ਸਵਰਗਵਾਸੀ ਬਣਾ ਦਿੱਤਾ ਆ। ਹੁਣ ਤੈਨੂੰ ਡਰਨ ਦੀ ਲੋੜ ਨਹੀਂ ਆ। ਤੇ ਹੁਣ ਡਰ ਹੋਣਾ ਚਾਹੀਦਾ? ਰੋਣਾ ਚਾਹੀਦਾ? ਇਸ ਲਈ ਪ੍ਰਭੂ ਦੇ ਵਿੱਚ ਚੱਲਣਾ ਤੇ ਅੰਦਰ ਦਲੇਰੀ ਹੋਣੀ ਚਾਹੀਦੀ ਹੈ। ਕਹਿੰਦਾ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਆ। ਆਂਦਾ ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ। ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ, ਪ੍ਰਭੂ ਨੂੰ ਅਸੀਂ ਮੰਨੀਏ ਨਾ ਮੰਨੀਏ, ਉਹਨੂੰ ਮੁਕਤੀਦਾਤਾ ਕਰਕੇ ਕਬੂਲ ਕਰੀਏ ਨਾ ਕਰੀਏ, ਬਾਹਰਲੀ ਇਨਸਾਨੀਅਤ ਤੇ ਨਾਸ਼ ਹੋਣੀ ਹੋਣੀ ਆ। ਇਹਨੇ ਤੇ ਸਹਿਜੇ ਸਹਿਜੇ ਢਲਣਾ ਹੀ ਢਲਣਾ ਆ। ਕਿਉਂ? ਲੇਕਿਨ ਅੰਦਰ ਜਿਹੜਾ ਆ ਗਿਆ ਉਹ ਦਿਨੋਂ ਦਿਨ ਨਵਾਂ ਹੁੰਦਾ ਜਾਂਦਾ ਵਾ। ਉਹ ਪਵਿੱਤਰ ਆ, ਜਿਹੜਾ ਅੰਦਰ ਆ ਉਹ ਪਵਿੱਤਰ ਆ, ਜਿਹੜਾ ਵਚਨਾਂ ਦੇ ਅਨੁਸਾਰ ਤਿਆਰ ਹੋਇਆ ਉਹ ਪ੍ਰਭੂ ਵਰਗਾ ਆ। ਇਹ ਜਿਹੜਾ ਬਾਹਰ ਲਾਇਆ ਇਹ ਆਦਮ ਵਰਗਾ ਆ। ਬਾਹਰਲਾ ਮਿੱਟੀ ਦਾ ਆ, ਅੰਦਰਲਾ ਅਵਿਨਾਸ਼ੀ ਆ। ਇਸ ਲਈ ਮੇਰੇ ਪਿਆਰਿਓ, ਅਵਿਨਾਸ਼ੀ ਦੇ ਦੁਆਰਾ ਚੱਲੋਗੇ ਤੇ ਚਿੰਤਾ ਕਦੀ ਆਊਗੀ ਨਹੀਂ। ਅਵਿਨਾਸ਼ੀ ਜਿਹੜਾ ਅੰਦਰ ਇਨਸਾਨੀਅਤ ਆ ਉਹਦੇ ਅਨੁਸਾਰ ਚੱਲੋਗੇ ਤੇ ਕਦੀ ਡਰ ਆਊਗਾ ਨਹੀਂ। ਡਰ ਕਿਉਂ ਆਉਂਦਾ ਆ? ਮੈਂ ਇਹਦੇ ਨਾਲ ਚੱਲਦਾ ਆ, ਮੈਂ ਬਾਹਰਲੇ ਦੇ ਨਾਲ ਚੱਲਦਾ ਆ। ਇਹਦੇ ਚ ਆਉਂਦੇ ਆ ਵਿਚਾਰ, ਇਹਦੇ ਚ ਆਉਂਦੀਆਂ ਨੇ ਕਾਮਨਾ, ਇਹਦੇ ਚ ਆਉਂਦੇ ਆ ਸਰੀਰ ਦੇ ਵਿਸ਼ੇ, ਇਹਦੇ ਚ ਆਉਂਦੀਆਂ ਨੇ ਚਿੰਤਾ। ਇਹਦੇ ਨਾਲ ਚੱਲੋਗੇ ਚਿੰਤਾ ਦੇ ਵਿੱਚ ਰੰਗ ਉੱਡਿਆ ਰਹੂਗਾ, ਇਸ ਲਈ ਮੂੰਹ ਉਦਾਸ ਰਹੂਗਾ। ਇਸ ਲਈ ਪਰਮੇਸ਼ਰ ਮੇਰੇ ਕੋਲ ਹੁੰਦੇ ਸਮੇਂ ਵੀ ਮੈਂ ਕਿਉਂ ਰੋਣ ਧੋਣ ਡਿਆ ਆ, ਮੈਂ ਕਿਉਂ ਘਬਰਾਉਣ ਡਿਆ ਆ। ਸ਼ੂਗਰ ਦੀ ਬਿਮਾਰੀ ਅੰਦਰ ਨਹੀਂ ਆ, ਬਾਹਰ ਆ। ਕੈਂਸਰ ਹੋਵੇ, ਬਲੱਡ ਪ੍ਰੈਸ਼ਰ ਹੋਵੇ, ਉਹ ਅੰਦਰ ਨਹੀਂ ਆ, ਬਾਹਰ ਆ। ਅੰਦਰਲਾ ਅਵਿਨਾਸ਼ੀ ਆ। ਅੰਦਰਲੇ ਦੇ ਅਨੁਸਾਰ ਚੱਲੋਗੇ ਤੇ ਲਲਕਾਰੇ ਮਾਰੋਗੇ, ਬਾਹਰਲੇ ਦੇ ਅਨੁਸਾਰ ਚੱਲੋਗੇ ਤੇ ਹਾਏ ਹਾਏ ਮਰ ਗਏ, ਲੁੱਟੇ ਗਏ। ਇਹਦੇ ਤੋਂ ਵੱਧ ਕੁਛ ਵੀ ਹੈਗਾ ਨਹੀਂ। ਇਸ ਲਈ ਜੋ ਅੰਦਰਲੀ ਇਨਸਾਨੀਅਤ ਦੇ ਦੁਆਰਾ ਚੱਲਦਾ ਆ ਉਹ ਕਦੀ ਨਿਰਾਸ਼, ਉਹ ਕਦੀ ਹਤਾਸ਼। ਇਧਰ ਲਿਖਿਆ ਬਾਹਰਲੀ ਇਨਸਾਨੀਅਤ ਕੀ ਹੁੰਦੀ ਜਾਂਦੀ ਆ ਤੇ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਪੜ੍ਹ ਲਈ। ਹਾਂਜੀ, ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ। ਅੱਜ ਦੇ ਬਾਅਦ ਹੌਸਲਾ ਨਹੀਂ ਹਾਰਨਾ। ਜੋ ਮਰਜ਼ੀ ਹੋ ਜਾਏ, ਸ਼ੂਗਰ 1000 ਹੋ ਜਾਏ, ਬਲੱਡ ਪ੍ਰੈਸ਼ਰ 500 ਹੋ ਜਾਏ, ਜੋ ਮਰਜ਼ੀ ਹੋ ਜਾਏ, ਇਹ ਬਾਹਰਲੀ ਇਨਸਾਨੀ ਇਹ ਨਾਸ਼ ਹੋਣ ਲਈ ਤੇ ਅੰਦਰਲੀ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ। ਕਦੀ ਹੌਸਲਾ ਨਹੀਂ ਹਾਰਦਾ। ਡਾਕਟਰਾਂ ਕੋਲ ਜਾਓਗੇ ਤੇ ਰੰਗ ਡਾ ਦੇਣਗੇ, ਤੂੰ ਨਹੀਂ ਬਚਣਾ, ਤੇਰਾ ਤੇ ਕੋਈ ਹਾਲ, ਬਸ ਹੁਣ ਤੂੰ ਦਾਖਲ ਹੀ ਹੋ ਜਾ ਜੇ ਬਚਣਾ ਹੀ ਤੇ। ਜੇ ਇਹਨੇ ਨਹੀਂ ਬਚਣਾ ਤੂੰ ਦਾਖਲ ਵੀ ਕਰ ਲਾ, ਇਹਨੇ ਤਦ ਵੀ ਬਚਣਾ ਨਹੀਂ। ਤੇ ਜੇ ਇਹਨੇ ਬਚਣਾ ਤੇ ਦਾਖਲ ਵੀ ਨਾ ਕਰ, ਇਹਨੂੰ ਸੜਕ ਤੇ ਸੁੱਟ ਦੇ, ਉੱਥੋਂ ਵੀ ਉੱਠ ਕੇ ਘਰ ਨੂੰ ਆ ਜਾਊਗਾ। ਹਾਲੇ ਉਹ ਜਿੰਦਾ ਪਰਮੇਸ਼ਰ ਦੇ ਨਾਲ ਆ। ਉਹ ਜਿਹੜਾ 4 ਦਿਨ ਦੇ ਮੁਰਦੇ ਨੂੰ ਆਂਦਾ ਕਬਰ ਚੋਂ ਨਿਕਲ ਕੇ ਬਾਹਰ ਆ,
ਹਲੇ ਉਹ ਜਿਹੜਾ ਹਦਰੰਗੀ ਨੂੰ ਆਂਦਾ ਉੱਠ, ਆਪਣੀ ਮੰਜੀ ਚੁੱਕ ਤੇ ਘਰ ਨੂੰ ਹਾਲੇਲੂਇਆ। ਉਹ ਆ, ਇਸ ਲਈ ਉਹ ਆ ਜਿਹਨੇ ਅੰਨੇ ਦੀਆਂ ਅੱਖਾਂ ਤੇ ਮਿੱਟੀ ਗੋ ਕੇ ਲਾਈ, ਉਹਨੂੰ ਕਹਿੰਦਾ ਜਾ ਮੂੰਹ ਧੋਲਾ ਤੇ ਸਜਾਖਾ ਹੋ ਜਾ। ਇਸ ਲਈ ਜਿਹੜਾ ਇਹਦੇ ਅੰਦਰ ਆਇਆ ਆ ਉਹ ਪ੍ਰਭੂ ਆ, ਉਹ ਸਰਵ ਸ਼ਕਤੀਮਾਨ ਆ, ਉਹ ਰਾਜਿਆਂ ਦਾ ਰਾਜਾ ਆ, ਉਹ ਮਹਿਮਾ ਦੇ ਨਾਲ ਭਰਿਆ ਹੋਇਆ ਆ। ਇਸ ਲਈ ਗਦੌਨ ਦੇ 300 ਘੜਿਆਂ ਦੀ ਜਿਹੜੀ ਮਹਿਮਾ ਮਟਕੇ ਲੈ ਸੀ ਨਾ, ਹਾਂਜੀ, ਮਟਕਿਆਂ ਦੇ ਵਿੱਚ ਮਸਾਲਾ ਪਾ ਲੀਆਂ, ਤੇ ਉਹ ਮਹਿਮਾ ਜਦੋਂ ਪ੍ਰਗਟ ਹੋਣੀ ਆ ਤੇ ਮਟਕਾ ਟੁੱਟਣਾ ਜ਼ਰੂਰੀ ਆ। ਤੇ ਮਟਕਾ ਕਿਹੜਾ ਆ? ਆ ਜਿਹੜਾ, ਇਸ ਮਟਕੇ ਨੂੰ ਭਾਵੇਂ ਕਲੀ ਕਰ ਲੋ, ਇਹਨੂੰ ਰੰਗ ਕਰ ਲੋ, ਜਿਹੜਾ ਮਰਜੀ, ਮੂੰਹ ਤੇ ਰੰਗ ਰੋਗਨ ਲਾ ਸਕਦੇ ਆ, ਪਰ ਝੂੜੀਆਂ ਪੈਣ ਪੈਣੀਆਂ, ਉਹ ਕੀ ਕਰਾਂਗੇ? ਹੱਡੀਆਂ ਨੇ ਮਾਸ ਛੱਡ ਜਾਣਾ ਆ, ਉਹ ਕੀ ਕਰਾਂਗੇ? ਜਿਹੜਾ ਅੰਦਰ ਆ ਉਹ ਜਵਾਨ ਆ,